ਓਮ ਸ਼ਾਂਤੀ। ਅੱਜ 14/7/2023 ਦੀ ਬਾਣੀ ਹੈ। ਬਾਬਾ ਕਹਿੰਦੇ ਨੇ, ਮਿੱਠੇ ਬੱਚੇ ਯਾਦ ਰੱਖੋ, ਸਾਡਾ ਬਾਪ, ਟੀਚਰ ਅਤੇ ਸਤਿਗੁਰੂ ਤਿੰਨੋਂ ਹੀ ਕੰਬਾਈਨਡ ਹੈ, ਤਾਂ ਵੀ ਖੁਸ਼ੀ ਦਾ ਪਾਰਾ ਚੜੇਗਾ। ਉਹਨਾਂ ਦੀ ਸ਼੍ਰੀਮਤ ਤੇ ਚਲਦੇ ਰਹੋਗੇ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਬ੍ਰਾਹਮਣਾਂ ਦਾ ਪਹਿਲਾ ਲੱਛਣ ਕਿਹੜਾ ਹੈ? ਕਿਸ ਗੱਲ ਵਿੱਚ ਬ੍ਰਾਹਮਣਾਂ ਨੂੰ ਐਕਸਪਰਟ ਬਣਨਾ ਹੈ? ਅੱਜ ਬਾਬਾ ਦਾ ਉੱਤਰ ਹੈ, ਬ੍ਰਾਹਮਣਾਂ ਦਾ ਪਹਿਲਾ ਲੱਛਣ ਹੈ ਪੜ੍ਹਨਾ ਅਤੇ ਪੜ੍ਹਾਉਣਾ। ਕਿਸੇ ਦੇ ਵੀ ਗਿਆਨ ਦਾ ਰੰਗ ਚੜ੍ਹਾਉਣ ਵਿੱਚ ਬਹੁਤ ਐਕਸਪਰਟ ਬਣੋ। ਭਾਵੇਂ ਕੋਈ ਇਨਸਲਟ ਕਰੇ, ਗਾਲੀ ਦੇਵੇ, ਪਰ ਕੋਸ਼ਿਸ਼ ਕਰਕੇ ਦੇਖੋ ਤਾਂ ਉਸ ਦੇ ਅਸਰ ਜ਼ਰੂਰ ਹੋਵੇਗਾ। ਪਾਤਰ ਦੇਖ ਕੇ ਦਾਨ ਦੇਣਾ ਹੈ। ਅਵਿਨਾਸ਼ੀ ਧਨ ਵੀ ਵਿਅਰਥ ਨਾ ਜਾਵੇ, ਇਸ ਲਈ ਬੜੀ ਖਬਰਦਾਰੀ ਚਾਹੀਦੀ ਹੈ। ਪਾਸ ਵੀ ਕਿਸੇ ਨੂੰ ਸੰਭਾਲ ਨਾਲ ਦੇਣਾ ਹੈ। गीत है, जो पिया के साथ है उनके लिए ज्ञान बरसात है। ओम शांति। गॉडली स्टूडेंट ने एक गीत सुनिया। तुसी बच्चे ही गॉडली स्टूडेंट्स हो। इवें नहीं कि सब स्कूलों विच गॉडली स्टूडेंट्स हुंदे है, नहीं। उत्थे तां मनुख पढ़ाउंदे है, सन्यासी भी शास्त्र सुणांदे है। ज्ञान तां असल विच ਕਿਸੇ ਬਰਸਾਤ ਨੂੰ ਨਹੀਂ ਕਿਹਾ ਜਾਂਦਾ ਹੈ। ਬਰਸਾਤ ਦੇ ਪਾਣੀ ਦੀ ਹੁੰਦੀ ਹੈ, ਪਰ ਇਹ ਮਹਿਮਾ ਗਾਈ ਹੋਈ ਹੈ ਕਿਉਂਕਿ ਪਰਮਪਿਤਾ ਪਰਮਾਤਮਾ ਨੂੰ ਗਿਆਨ ਦਾ ਸਾਗਰ ਵੀ ਕਿਹਾ ਗਿਆ ਹੈ। ਬਾਪ ਕਹਿੰਦੇ ਹੈ, ਮੈਨੂੰ ਗਿਆਨ ਸਾਗਰ ਨਾਲੇਜ ਫੁੱਲ ਵੀ ਕਹਿੰਦੇ ਹੈ। ਨਾਲੇਜ ਨੂੰ ਬਰਸਾਤ, ਪਾਣੀ ਅਤੇ ਅੰਮ੍ਰਿਤ ਨਹੀਂ ਕਿਹਾ ਜਾਂਦਾ। ਜਿਵੇਂ ਮਾਨ ਸਰੋਵਰ ਦਾ ਤਲਾਬ ਹੈ, ਅੰਮ੍ਰਿਤਸਰ ਵਿੱਚ ਵੀ ਇੱਕ ਤਲਾਬ ਹੈ ਜਿਸ ਨੂੰ ਉਹ ਲੋਕ ਅੰਮ੍ਰਿਤ ਸਮਝਦੇ ਹੈ। ਇਹ ਬਾਪ ਬੈਠ ਸਮਝਾਉਂਦੇ ਹੈ, ਪੜ੍ਹਾਈ ਨੂੰ ਅੰਮ੍ਰਿਤ ਜਾਂ ਬਰਸਾਤ ਨਹੀਂ ਕਹਾਂਗੇ। ਸਮਝਦੇ ਹੈ ਅੰਮ੍ਰਿਤ ਹੈ, ਇਸ ਨਾਲ ਦੁੱਖ ਦੂਰ ਹੋ ਜਾਏਗਾ। ਅਸਲ ਵਿੱਚ ਤਾਂ ਇਸ ਨਾਲੇਜ ਨਾਲ ਤੁਹਾਡੇ ਸਭ ਦੁੱਖ ਦੂਰ ਹੁੰਦੇ ਹੈ। 21 ਜਨਮਾਂ ਦੇ ਲਈ ਜੋ ਪਿਆ ਦੇ ਸਾਥ ਹੈ, ਉਹਨਾਂ ਦੇ ਲਈ ਬਰਸਾਤ ਹੈ। ਇੱਥੇ ਇਹ ਬਾਪ, ਟੀਚਰ, ਸਤਿਗੁਰੂ ਤਿੰਨੋਂ ਹੀ ਕੰਬਾਈਨਡ ਹੈ। ਇਹ ਇੱਕ ਗੱਲ ਵੀ ਬੱਚੇ ਯਾਦ ਰੱਖੇ ਤਾਂ ਖੁਸ਼ੀ ਦਾ ਪਾਰਾ ਚੜ ਜਾਏ, ਪਰ ਮਾਇਆ ਘੜੀ ਘੜੀ ਭੁਲਾ ਦਿੰਦੀ ਹੈ। ਇੱਥੇ ਤੁਸੀਂ ਚਲਦੇ ਹੋ ਸ਼੍ਰੀਮਤ ਤੇ, ਸ਼੍ਰੀਮਤ ਨਾਲ ਤੁਸੀਂ ਸ੍ਰੇਸ਼ਟ ਬਣਦੇ ਹੋ। ਭਗਵਾਨ ਹੈ ਊਂਚ ਤੇ ਊਂਚ ਬਾਪ, ਊਂਚੇ ਤੋਂ ਊਂਚਾ ਬਾਪ ਦੀ ਪੜ੍ਹਾਈ ਨਾਲ ਹੀ ਬਣ ਸਕਦੇ ਹੋ। ਹੁਣ ਜੋ ਪਿਆ ਦੇ ਸਮੁਖ ਬੈਠੇ ਹੈ, ਸਭ ਸਟੂਡੈਂਟ ਹੈ। ਇੱਥੇ ਬੈਠਣਗੇ, ਪੜ੍ਹ ਕੇ ਫਿਰ ਆਪਣੇ ਘਰ ਜਾਣਾ ਹੈ। ਦਿਨ ਪ੍ਰਤੀ ਦਿਨ ਸਟੂਡੈਂਟ ਤਾਂ ਬਹੁਤ ਹੋ ਜਾਣਗੇ। ਜੇਕਰ ਸਭ ਨੂੰ ਇੱਕ ਹੀ ਘਰ ਵਿੱਚ ਨਾਲ ਰੱਖਣਾ ਤਾਂ ਕਿੰਨਾ ਵੱਡਾ ਮਕਾਨ ਚਾਹੀਦਾ ਹੈ। ਸਾਰਾ ਆਬੂ ਮਕਾਨ ਬਣਾ ਦੇਣ ਤਾਂ ਵੀ ਪੂਰਾ ਨਹੀਂ ਹੋਵੇਗਾ। ਕਿੰਨੇ ਸੈਂਟਰਸ ਹੈ, ਹੁਣ ਤਾਂ ਅਜੂਨ ਥੋੜੇ ਹੈ, ਇਸ ਤੋਂ ਵੀ 1000 ਗੁਣਾ ਜਾਸਤੀ ਹੋਣਗੇ। 1000, 2000, 5-7 ਹਜ਼ਾਰ ਵੀ ਸੈਂਟਰਸ ਹੋ ਸਕਦੇ ਹੈ। ਫਿਰ ਘਰ ਘਰ ਵਿੱਚ ਇਹ ਗਿਆਨ ਗੰਗਾਵਾਂ ਗਿਆਨ ਦੀ ਵਰਖਾ ਕਰਨਗੀਆਂ। ਐਨੇ ਢੇਰ ਬੱਚੇ ਹੋ ਜਾਣਗੇ। ਜਿੱਥੇ ਜਿੱਥੇ ਦੇਖੋ ਸੈਂਟਰਸ ਖੋਲ੍ਹਦੇ ਰਹਿੰਦੇ ਹੈ। ਕੋਈ ਗੀਤਾ ਪਾਠਸ਼ਾਲਾ ਨਾਮ ਰੱਖਦੇ ਹੈ, ਕੋਈ ਬ੍ਰਹਮਾ ਕੁਮਾਰੀ ਈਸ਼ਵਰੀय ਵਿਸ਼ਵ ਵਿਦਿਆਲਿਆ ਨਾਮ ਰੱਖਦੇ ਹੈ। ਅਸਲ ਵਿੱਚ ਬ੍ਰਹਮਾ ਕੁਮਾਰੀ ਨਾਮ ਰੱਖਣ ਵਿੱਚ ਡਰਨਾ ਨਹੀਂ ਚਾਹੀਦਾ ਹੈ। ਕਈ ਬੱਚੇ ਡਰਦੇ ਹੈ ਕਿ ਬੀਕੇ ਨਾਮ ਦੇਖ ਹਗਾਮਾ ਨਾ ਕਰ ਦੇਣ, ਇਸ ਲਈ ਗੀਤਾ ਪਾਠਸ਼ਾਲਾ ਨਾਮ ਰੱਖ ਦਿੰਦੇ ਹੈ। ਗੀਤਾ ਪਾਠਸ਼ਾਲਾ ਅੱਖਰ ਤੇ ਕੋਮਨ ਹੈ, ਸਮਝਦੇ ਹੈ ਕੋਈ ਵਿਗੜ ਨਾ ਪਏ, ਇਸ ਲਈ ਬੀਕੇ ਨਾਮ ਬਦਲ ਦੂਸਰਾ ਰੂਪ ਦੇ ਦਿੰਦੇ ਹੈ। ਅਸਲ ਵਿੱਚ ਤੇ ਗੱਲ ਇੱਕ ਹੀ ਹੈ। ਅੰਦਰ ਘੁਸਣ ਨਾਲ ਚਿੱਤਰ ਆਦਿ ਦੇਖ ਝਟ ਸਮਝ ਜਾਣਗੇ ਇਹ ਤਾਂ ਬੀਕੇ ਹੈ। ਇਸ ਲਈ ਨਾਮ ਬਦਲਣ ਦੀ ਇਵੇਂ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਤਾਂ ਚੰਗੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਅਸਲ ਵਿੱਚ ਇਹ ਬ੍ਰਹਮਾ ਦੀ ਸੰਤਾਨ ਬ੍ਰਹਮਾ ਕੁਮਾਰ ਕੁਮਾਰੀਆਂ ਹੈ। ਇਹ ਤੇ ਚੰਗੇ ਹੈ ਨਾ, ਤੁਸੀਂ ਸਭ ਨੂੰ ਕਹਿ ਸਕਦੇ ਹੋ। ਅਸਲ ਵਿੱਚ ਤੁਸੀਂ ਵੀ ਬ੍ਰਹਮਾ ਕੁਮਾਰ ਕੁਮਾਰੀਆਂ ਹੋ।
ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਨੂੰ ਜਾਣਦੇ ਹੋ। ਉਹ ਰਚయిਤਾ ਹੈ ਮਨੁੱਖ ਸ੍ਰਿਸ਼ਟੀ ਦਾ, ਨਿਰਾਕਾਰ ਪਰਮਪਿਤਾ ਪਰਮਾਤਮਾ ਕੋਈ ਆਤਮਾਵਾਂ ਦਾ ਰਚయిਤਾ ਨਹੀਂ ਹੈ, ਉਹ ਤਾਂ ਆਤਮਾਵਾਂ ਦਾ ਅਨਾਦੀ ਬਾਪ ਹੈ। ਪ੍ਰਜਾਪਿਤਾ ਬ੍ਰਹਮਾ ਵੀ ਤਾਂ ਅਨਾਦੀ ਹੈ, ਆਤਮਾਵਾਂ ਦਾ ਬਾਪ ਇਹਨਾਂ ਵਿੱਚ ਆਉਂਦਾ ਹੈ, ਆ ਕੇ ਬ੍ਰਹਮਾ ਨੂੰ ਐਡਾਪਟ ਕਰਦੇ ਹੈ ਪ੍ਰਜਾ ਰਚਣ ਦੇ ਲਈ। ਬ੍ਰਹਮਾ ਦੁਆਰਾ ਬ੍ਰਾਹਮਣ ਕੁਲ ਰਚਨਾ ਹੈ। ਇਹ ਤਾਂ ਸਮਝਾਉਣ ਵਿੱਚ ਹਰ ਵੀ ਕੋਈ ਸਮਝ ਜਾਏਗਾ, ਪਰ ਡਰਦੇ ਹੈ, ਕਹਿਣਗੇ ਬੀਕੇ ਦੇ ਕੋਲ ਨਾ ਜਾਓ, ਗੀਤਾ ਪਾਠਸ਼ਾਲਾ ਵਿੱਚ ਭਾਵੇਂ ਜਾਓ, ਪਰ ਘਰ ਘਰ ਵਿੱਚ ਗਿਆਨ ਗੰਗਾਵਾਂ ਦਾ ਅਰਥ ਵੀ ਮਨੁੱਖ ਨਹੀਂ ਸਮਝਦੇ ਹੈ। ਭਗਤੀ ਮਾਰਗ ਵਿੱਚ ਨਾਰਦ ਨੂੰ ਮੁੱਖ ਗਿਣਿਆ ਜਾਂਦਾ ਹੈ, ਜਾਂਚ ਬੁਝਾਉਣ ਵਾਲਾ ਭਗਤ ਸੀ। ਇਵੇਂ ਨਹੀਂ, ਨਾਰਦ ਕੋਈ ਅਜਿਹਾ ਰੂਪ ਵਾਲਾ ਹੈ ਜਿਵੇਂ ਚਿੱਤਰ ਵਿਖਾਉਂਦੇ ਹੈ। ਅਸਲ ਵਿੱਚ ਬੰਦਰ ਤਾਂ ਤੁਸੀਂ ਸਭ ਸੀ, ਸੂਰਤ ਮਨੁੱਖ ਦੀ, ਸੀਰਤ ਬੰਦਰ ਦੀ ਸੀ। ਉਵੇਂ ਤਾਂ ਸਭ ਨਾਰਦ ਹੈ, ਸਭ ਭਗਤ ਹੈ ਨਾ, ਸਮਝ ਸਕਦੇ ਹੈ। ਜਦੋਂ ਤੱਕ ਅਸੀਂ ਦੈਵੀ ਗੁਣ ਵਾਲੇ ਮਨੁੱਖ ਨਾ ਬਣੀਏ, ਉਦੋਂ ਤੱਕ ਅਸੀਂ ਲਕਸ਼ਮੀ ਨੂੰ ਵਰ ਨਾ ਸਕੀਏ। ਸਭ ਮੇਲ ਅਤੇ ਫੀਮੇਲ ਨਾਰਦ ਹੈ ਕਿਹਾ ਜਾਂਦਾ ਹੈ। ਆਪਣੀ ਸੀਰਤ ਨੂੰ ਦੇਖੋ, ਤੁਸੀਂ ਤੇ ਬੰਦਰ ਹੋ, ਕਿਉਂਕਿ ਤੁਹਾਡੇ ਵਿੱਚ 5 ਵਿਕਾਰ ਹੈ, ਇਸ ਲਈ ਲਕਸ਼ਮੀ ਨਾਰਾਇਣ ਨੂੰ ਵਰ ਨਹੀਂ ਸਕੋਗੇ। ਹੈ ਸਾਰੀ ਇੱਥੇ ਦੀ ਗੱਲ। ਬਾਬਾ ਨੇ ਸਮਝਾਇਆ ਹੈ ਕਿ ਸਭ ਦੁਸ਼ਾਸਨ ਅਤੇ ਦੁਰਯੋਧਨ ਹੈ, ਦ੍ਰੋਪਦੀਆਂ ਦੇ ਚੀਰ ਹਰਦੇ ਹੈ, ਇਸ ਲਈ ਮਾਤਾਵਾਂ ਪੁਕਾਰਦੀਆਂ ਹੈ, ਸਾਨੂੰ ਨਗਨ ਹੋਣ ਤੋਂ ਬਚਾਓ, ਰੱਖਿਆ ਕਰੋ। ਕੰਨਿਆਵਾਂ ਕਹਿੰਦੀਆਂ ਹੈ, ਲਾਜ ਰੱਖੋ। ਗਿਰਧਾਰੀ ਨਾਮ ਤੇ ਬਹੁਤ ਰੱਖ ਦਿੱਤੇ ਹੈ। ਮਨੁੱਖਾਂ ਦਾ ਬੁੱਧੀ ਜੋਗ ਚਲਾ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਵੱਲ, ਪਰ ਕਿਸੇ ਵੀ ਦੇਹਧਾਰੀ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਨਹੀਂ ਹੋ ਸਕਦੇ। ਸਿਰਫ ਚਾਹੁੰਦੇ ਹੈ ਸਾਖਸ਼ਾਤਕਾਰ ਹੋਵੇ। ਅੱਛਾ, ਸਾਖਸ਼ਾਤਕਾਰ ਹੋ ਜਾਏ, ਪਰ ਮਨੁੱਖ ਤੋਂ ਦੇਵਤਾ ਦੀ ਨਾਲੇਜ ਤਾਂ ਮਿਲ ਨਾ ਸਕੇ। ਜਦ ਬ੍ਰਾਹਮਣ ਬਣਨ ਅਤੇ ਗਿਆਨ ਨੂੰ ਸਮਝਣ ਤਾਂ ਦੇਵਤਾ ਬਣ ਸਕਣ। ਬ੍ਰਾਹਮਣ ਬਣਨ ਨਾਲ ਭਗਤੀ ਛੁੱਟ ਜਾਂਦੀ ਹੈ। ਪਹਿਲੇ 1 ਹਫ਼ਤਾ ਇਸ ਵਿੱਚ ਦੇਣ ਨਾਲ ਅਸੀਂ ਮਨੁੱਖ ਨੂੰ ਮੰਦਿਰ ਲਾਇਕ ਬਣਾ ਸਕਦੇ ਹਾਂ, ਪਰ ਟਾਈਮ ਤਾਂ ਲੱਗਦਾ ਹੈ। ਇਹ ਤਾਂ ਬਰੋਬਰ ਹੈ, ਤੁਸੀਂ ਬਾਪ ਦੇ ਨਾਲ ਹੋ, ਬਾਬਾ ਦੇ ਕੋਲ ਆਉਂਦੇ ਹੋ, ਫਿਰ ਜਾਂਦੇ ਹੋ ਤਾਂ ਦਿਲ ਅੰਦਰ ਕਿੰਨਾ ਦੁਖੀ ਹੁੰਦਾ ਹੈ, ਪਰ ਸਭ ਦੇ ਨਾਲ ਨਹੀਂ ਰਹਿ ਸਕਣਗੇ, ਇਹ ਤੇ ਹੋ ਨਾ ਸਕੇ। ਕੋਈ ਇਕੱਠੇ ਹੁੰਦੇ ਹੈ, ਕੋਈ ਕਿੱਥੋਂ ਤੋਂ, ਕੋਈ ਕਿੱਥੋਂ ਤੋਂ ਭੱਜ ਆਉਂਦੇ ਹੈ। ਇਹ ਰਸਮ ਇੱਥੇ ਹੀ ਹੈ। ਸਾਧੂ ਸੰਤ ਆਦਿ ਦੇ ਕੋਲ ਤਾਂ ਢੇਰ ਜਾਂਦੇ ਜਾ ਕੇ ਇਕੱਠੇ ਹੁੰਦੇ ਹੈ, ਕੋਈ ਵੀ ਕਿਸੇ ਨੂੰ ਮਨਾ ਨਹੀਂ ਕਰਦੇ। ਇੱਥੇ ਤੇ ਪਵਿੱਤਰ ਬਣਨ ਦੀ ਗੱਲ ਆਉਂਦੀ ਹੈ, ਇਸ ਲਈ ਰੋਕਦੇ ਹੈ। ਸੰਨਿਆਸੀਆਂ ਵਿੱਚ ਤੇ ਸਿਰਫ ਮੀਲਸ, ਘਰ-ਬਾਰ ਆਦਿ ਛੱਡ ਚਲੇ ਜਾਂਦੇ ਹੈ। ਇੱਥੇ ਤਾਂ ਕੁਮਾਰੀਆਂ, ਮਾਤਾਵਾਂ ਸਭ ਹੈ। ਕੰਨਿਆਵਾਂ ਨੂੰ ਮਾਂ-ਬਾਪ, ਡਾਕਟਰ ਆਦਿ ਕਹਿੰਦੇ ਹੈ। ਸ਼ਾਦੀ ਨਹੀਂ ਕਰਨਗੀਆਂ ਤਾਂ ਬਿਮਾਰ ਹੋ ਜਾਣਗੀਆਂ। ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ। ਅਰੇ ਸੰਨਿਆਸੀ ਕਿੰਨੇ ਬਣਦੇ ਹੈ, ਬਹੁਤ ਛੋਟੇ-ਛੋਟੇ ਬ੍ਰਹਮਚਾਰੀ ਹੁੰਦੇ ਰਹਿੰਦੇ ਹੈ। ਫਿਰ ਉਹ ਬ੍ਰਹਮਚਾਰੀ ਤਾਂ ਕਦੀ ਬਿਮਾਰ ਨਹੀਂ ਹੁੰਦੇ, ਇੱਥੇ ਕਿਉਂ ਬਿਮਾਰ ਹੋਣਗੇ? ਸ਼ਾਦੀ ਬਿਨਾਂ ਤੇ ਢੇਰ ਰਹਿੰਦੇ ਹੈ। ਸੰਨਿਆਸੀਆਂ ਦੇ ਉੱਪਰ ਵੀ ਕੋਈ ਕੇਸ ਨਾ ਕਰ ਸਕੇ। ਕਦੀ ਕੋਈ ਵੀ ਇਸਤਰੀ ਉਹਨਾਂ ਤੋਂ ਘਰ ਖਰਚ ਨਹੀਂ ਮੰਗਦੀ ਹੈ, ਉਹ ਤਾਂ ਭੱਜ ਜਾਂਦੇ ਹੈ। ਇਸਤਰੀ ਖਰਚਾ ਕਿੱਥੋਂ ਲਿਆਵੇ? ਫਿਰ ਆਸ-ਪਾਸ ਦੇ ਲੋਕ ਉਸ ਨੂੰ ਸੰਭਾਲ ਲੈਂਦੇ ਹੈ। ਗਰੀਬ ਜਾਸਤੀ ਭਜਦੇ ਹੈ, ਦੁਖੀ ਹੁੰਦੇ ਹੈ ਤਾਂ ਫਿਰ ਵੈਰਾਗ ਆਉਂਦਾ ਹੈ। ਤੁਸੀਂ ਭਾਵੇਂ ਦੁਖੀ ਸੀ, ਪਰ ਉਹ ਵੈਰਾਗ ਦੀ ਗੱਲ ਨਹੀਂ। ਤੁਹਾਨੂੰ ਤਾਂ ਪਹਿਲੇ ਹਥੇਲੀ ਤੇ ਬਹਿਸ਼ਤ ਦਿਖਾਈ ਜਾਂਦਾ ਹੈ। ਪਵਿੱਤਰ ਬਣਨ ਬਗੈਰ ਬੇਕੁੰਠ ਕਿਵੇਂ ਜਾ ਸਕੋਗੇ? ਬਹਾਦਰ ਬਣਨਾ ਚਾਹੀਦਾ ਹੈ। ਇਸ ਲਈ ਹੀ ਸ਼ਿਵ ਸ਼ਕਤੀ ਸੈਨਾ ਨਾਮ ਹੈ। ਸ਼ਿਵ ਬਾਬਾ ਨਾਲ ਯੋਗ ਲਗਾਉਣ ਨਾਲ ਸ਼ਕਤੀ ਮਿਲਦੀ ਹੈ। ਗਿਆਨ ਦੀ ਧਾਰਨਾ ਹੋਣ ਤੇ ਬਾਅਦ ਫਿਰ ਸਮਰਪਣ ਹੋਣਾ ਹੈ। ਗਿਆਨ ਦੀ ਧਾਰਨਾ ਨਹੀਂ ਹੋਵੇਗੀ, ਨਸ਼ਟੋ ਮੋਹਾ ਨਹੀਂ ਹੋਵੋਗੇ
ਤਾਂ ਮਾਇਆ ਆ ਕੇ ਫਟਕਾਏਗੀ। ਸ਼ਾਦੀ ਕਰਨ ਦੀ ਦਿਲ ਹੋਵੇਗੀ ਤਾਂ ਫਿਰ ਸਾਰਾ ਬ੍ਰਹਮਾ ਕੁਮਾਰੀਜ਼ ਦਾ ਨਾਮ ਬਦਨਾਮ ਹੋ ਜਾਂਦਾ ਹੈ। ਪਹਿਲੇ ਨਸ਼ਟੋ ਮੁਹਾ ਬਣਨਾ ਪਏ। ਤੁਸੀਂ ਲੋਕ ਇੰਨੀ ਭੱਠੀ ਵਿੱਚ ਰਹਿੰਦੇ ਹੋ ਤਾਂ ਵੀ ਕਿੰਨੇ ਨਸ਼ਟੋ ਮੁਹਾ ਨਹੀਂ ਬਣੇ। ਯਾਦ ਆਉਂਦੀ ਰਹੀ। ਇੱਥੇ ਤੋਂ ਗਏ, ਮਿੱਤਰ ਸੰਬੰਧੀਆਂ ਦਾ ਮੂੰਹ ਦੇਖਿਆ ਅਤੇ ਲੱਟੂ ਹੋ ਬੈਠ ਗਏ। ਮੋਹ ਨੇ ਘੇਰ ਲਿਆ। ਇਹ ਵੀ ਡਰਾਮੇ ਦੀ ਭਾਬੀ। ਹੁਣ ਤੇ ਬਾਪ ਕਹਿੰਦੇ ਹੈ, ਪਹਿਲੇ ਪਹਿਲੇ ਤਾਂ ਨਸ਼ਟੋ ਮੁਹਾ ਬਣੋ, ਇੱਕ ਮੋਸਟ ਵਿਲਵਡ ਬਾਪ ਦੇ ਬਣ ਜਾਓ। ਕੁਛ ਵੀ ਹੋ ਜਾਏ, ਅਸੀਂ ਤੇ ਬਾਪ ਦੀ ਸਰਵਿਸ ਤੇ ਰਹਾਂਗੇ। ਕਿਹਾ ਜਾਂਦਾ ਹੈ ਨਾ, ਚੜੇ ਤੇ ਚਾਖੇ ਬੇਕੁੰਡ ਰਸ, ਡਿਗੇ ਤੋਂ ਚੁਕਨਾਚੂਰ। ਇਵੇਂ ਨਹੀਂ ਕਿ ਛੱਡ ਕੇ ਆ ਜਾਣ ਫਿਰ ਮੋਸਤ ਆਏ। ਇਵੇਂ ਬਹੁਤ ਸੰਨਿਆਸੀ ਲੋਕ ਜਾ ਕੇ ਫਿਰ ਵਾਪਿਸ ਮੁੜ ਆਉਂਦੇ ਹੈ। ਸੰਨਿਆਸੀ ਘਰ ਵਿੱਚ ਵਾਪਿਸ ਆਣ ਤਾਂ ਆਸ-ਪਾਸ ਵਾਲੇ ਨਿਰਾਦਰ ਕਰਦੇ ਹੈ, ਸਮਝਦੇ ਹੈ ਇਹ ਕਾਮ ਦੇ ਲਈ ਭੱਜਿਆ ਹੈ। ਇੱਥੇ ਵੀ ਸਮਝਿਆ ਜਾਂਦਾ ਹੈ ਇਹ ਪੂਰਾ ਨਸ਼ਟੋ ਮੋਹਾ ਨਹੀਂ ਬਣਿਆ ਸੀ, ਵਿਕਾਰਾਂ ਨੇ ਘੇਰ ਲਿਆ। ਬਾਬਾ ਦੇ ਕੋਲ ਖਾਣ ਪਾਣ ਦੀ ਤਕਲੀਫ ਨਹੀਂ ਹੈ। ਸ਼ੁਰੂ ਤੋਂ ਲੈ ਕੇ ਕਿੰਨੀ ਸੰਭਾਲ ਕਰਦੇ ਆਏ। ਗਰੀਬ ਸਾਹੂਕਾਰ ਇੱਕ ਸਮਾਨ ਹੈ। ਮੰਮਾ ਬਾਬਾ ਵੀ ਸਭ ਨੂੰ ਸਿਖਾਉਣ ਲਈ ਭਾਂਡੇ ਮਾਂਜਦੇ ਹੈ, ਝਾੜੂ ਲਗਾਉਂਦੇ ਸੀ। ਦੇਹ ਅਭਿਮਾਨ ਤੋੜਨ ਦੇ ਲਈ ਕੀਤਾ ਜਾਂਦਾ ਹੈ। ਸੰਨਿਆਸੀ ਵੀ ਇਵੇਂ ਕਰਵਾਉਂਦੇ ਹੈ। ਕੋਈ ਵੱਡਾ ਆਦਮੀ ਹੋਵੇਗਾ ਤਾਂ ਉਹਨਾਂ ਕੋਲ ਲੱਕੜੀ ਆਦਿ ਕਟਵਾਉਣਗੇ ਦੇਹ ਅਭਿਮਾਨ ਤੋੜਨ ਦੇ ਲਈ। ਇੱਥੇ ਤੇ ਬੜੀ ਭਾਰੀ ਮਲਕੀਅਤ ਮਿਲਦੀ ਹੈ। 1 ਸੈਕਿੰਡ ਵਿੱਚ 21 ਜਨਮ ਦੀ ਬਾਦਸ਼ਾਹੀ। ਸੰਨਿਆਸੀਆਂ ਦੇ ਕੋਲ ਤੇ ਕੁਝ ਵੀ ਪ੍ਰਾਪਤੀ ਨਹੀਂ ਹੈ, ਬਾਕੀ ਪਵਿੱਤਰ ਹੈ। ਇਸ ਲਈ ਆਪ ਪਵਿੱਤਰ ਮਾਥਾ ਟੇਕਦੇ ਹੈ। ਇਹ ਤਾਂ ਰਾਜਯੋਗ ਹੈ। ਵਿਸ਼ਵ ਦਾ ਮਾਲਿਕ ਬਣਾਉਂਦੇ ਹੈ। ਵਿਕਾਰ ਵਿੱਚ ਨਹੀਂ ਜਾਣਾ ਹੈ। ਮੀਰਾ ਵੀ ਪਵਿੱਤਰ ਰਹਿਣਾ ਚਾਹੁੰਦੀ ਸੀ ਨਾ। ਉਹ ਤੇ ਭਗਤੀ ਮਾਰਗ ਵਿੱਚ ਸੀ। ਸ਼੍ਰੀ ਕ੍ਰਿਸ਼ਨ ਦਾ ਦੀਦਾਰ ਕਰਦੀ ਸੀ। ਉਸਦੀ ਦਿਲ ਲੱਗੀ ਸ਼੍ਰੀ ਕ੍ਰਿਸ਼ਨ ਨਾਲ, ਤਾਂ ਭਲਾ ਉਹ ਵਿਕਾਰ ਵਿੱਚ ਕਿਵੇਂ ਜਾਏਗੀ। ਸੋ ਵੀ 1 ਜਨਮ ਕਰਕੇ ਮੀਰਾ ਦੂਸਰੇ ਜਨਮ ਵਿੱਚ ਵੀ ਭਗਤੀ ਮਾਰਗ ਵਿੱਚ ਗਈ ਹੋਵੇ। ਇਵੇਂ ਵੀ ਕਹਿ ਸਕਦੇ ਹੈ ਉਹ ਭਗਤੀ ਮਾਰਗ ਵਿੱਚ ਗਈ, ਕਿਉਂਕਿ ਅੰਤਮਤੀ ਸੋ ਗਤੀ ਹੁੰਦੀ ਹੈ। ਸ਼੍ਰੀ ਕ੍ਰਿਸ਼ਨ ਨਾਲ ਦਿਲ ਸੀ ਤਾਂ ਭਗਤ ਹੀ ਬਣ ਜਾਏਗੀ। ਪਰ ਭਗਤੀ ਮਾਰਗ ਵਿੱਚ ਕੁਝ ਮਿਲਿਆ ਤੇ ਨਹੀਂ। ਬਾਬਾ ਆਖਦੇ ਨੇ, ਗਿਆਨ ਮਾਰਗ ਵਿੱਚ ਤਾਂ 21 ਜਨਮ ਦਾ ਵਰਸਾ ਮਿਲਦਾ ਹੈ। ਭਗਤੀ ਵੀ ਪਹਿਲੇ ਸ਼ਿਵ ਦੀ ਕਰਦੇ ਹੈ, ਫਿਰ ਦੇਵਤਾਵਾਂ ਦੀ। ਹੁਣ ਤਾਂ ਦੇਖੋ, ਚੂਹੇ ਬਿੱਲੀ ਆਦਿ ਸਭ ਦੀ ਭਗਤੀ ਕਰਨ ਲੱਗ ਪਏ ਹੈ। ਸ਼੍ਰੀ ਕ੍ਰਿਸ਼ਨ ਛੱਡ ਹਨੂਮਾਨ, ਗਣੇਸ਼ ਆਦਿ ਦੀ ਭਗਤੀ ਕਰਨ ਲੱਗ ਪੈਂਦੇ ਹੈ। ਸਤਯੁਗ ਤ੍ਰੇਤਾ ਵਿੱਚ ਵੀ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹੈ ਅਤੇ ਭਗਤੀ ਵਿੱਚ ਵੀ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹੈ। ਹੁਣ ਤਾਂ ਕਿਸੇ ਕੰਮ ਦੇ ਨਹੀਂ ਰਹੇ। ਜਦੋਂ ਇਵੇਂ ਦੀ ਹਾਲਤ ਹੁੰਦੀ ਹੈ, ਉਦੋਂ ਬਾਪ ਆ ਕੇ ਸਮਝਾਉਂਦੇ ਹੈ। ਆਧਾ ਕਲਪ ਊਂਚ ਚੜ੍ਹਦੇ ਹੈ, ਫਿਰ ਆਧਾ ਕਲਪ ਦੇ ਬਾਅਦ ਡਿੱਗਣਾ ਸ਼ੁਰੂ ਹੁੰਦਾ ਹੈ। ਮਨੁੱਖ ਸਮਝਦੇ ਹੈ ਡਿੱਗਣਾ ਤਾਂ ਹੈ ਹੀ, ਤਾਂ ਫਿਰ ਗਿਆਨ ਲੈ ਕੇ ਕੀ ਕਰੀਏ। ਪਰ ਈਸ਼ਵਰੀय ਨੌਲੇਜ ਬਿਨਾ ਮਨੁੱਖ ਕਿਸੇ ਕੰਮ ਦੇ ਹੀ ਹੈ। ਅਸੀਂ ਕਿਸੇ, ਬਾਬਾ ਆਖਦੇ ਨੇ, ਅਸੀਂ ਤੁਸੀਂ ਕੀ ਸੀ, ਕੁਝ ਵੀ ਨਹੀਂ। ਗਿਆਨ ਜ਼ਰੂਰ ਚਾਹੀਦਾ ਹੈ। ਸਰੀਰ ਨਿਰਵਾਹ ਅਰਥ ਪੜ੍ਹਦੇ ਹੈ ਨਾ। ਕੰਨਿਆਵਾਂ ਨੂੰ ਵੀ ਅੱਜ ਕੱਲ੍ਹ ਸਰੀਰ ਨਿਰਵਾਹ ਅਰਥ ਪੜ੍ਹਨਾ ਪੈਂਦਾ ਹੈ। ਆਗੇ ਇਹ ਕਾਇਦਾ ਨਹੀਂ ਸੀ। ਕੰਨਿਆਵਾਂ ਘਰ ਸੰਭਾਲਦੀਆਂ ਸੀ, ਬੱਚੇ ਨੌਕਰੀ ਦੇ ਲਈ ਪੜ੍ਹਦੇ ਹੈ। ਹੁਣ ਬੇਹੱਦ ਦਾ ਬਾਪ ਤੁਹਾਨੂੰ ਬੱਚਿਆਂ ਨੂੰ ਪੜ੍ਹਾ ਰਹੇ ਹੈ। ਜੇਕਰ ਸਾਰੇ ਇੱਥੇ ਬੈਠ ਜਾਣ ਤਾਂ ਫਿਰ ਮਿੱਤਰ ਸੰਬੰਧੀਆਂ ਨੂੰ ਗਿਆਨ ਕਿਵੇਂ ਦੇਣਗੇ। ਜਾਣਾ ਪਏ, ਪੜ੍ਹਨਾ ਅਤੇ ਪੜ੍ਹਾਉਣਾ ਹੈ। ਕਈ ਤਾਂ ਬਿਲਕੁਲ ਪੜ੍ਹਦੇ ਹੀ ਨਹੀਂ। ਤਾਂ ਸਮਝਣਾ ਚਾਹੀਦਾ ਹੈ ਇਹ ਬ੍ਰਾਹਮਣ ਕੁਲ ਦਾ ਨਹੀਂ ਹੈ। ਰੰਗ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਇਸ ਵਿੱਚ ਡਰਨ ਦੀ ਗੱਲ ਨਹੀਂ। ਕੋਸ਼ਿਸ਼ ਕਰਨ ਨਾਲ ਫਿਰ ਕੋਈ ਨਾ ਕੋਈ ਰੰਗ ਲੱਗ ਜਾਏਗਾ। ਭਾਵੇਂ ਕੋਈ ਇਨਸਲਟ ਕਰੇ, ਗਾਲੀ ਦੇਵੇ, ਤੁਸੀਂ ਪੁਰਸ਼ਾਰਥ ਕਰਕੇ ਦੇਖੋ, ਕਿਸੇ ਨਾ ਕਿਸੇ ਤੇ ਅਸਰ ਜ਼ਰੂਰ ਹੋਵੇਗਾ।
ਬਿੱਛੂ ਚੱਲਦਾ ਹੈ ਤਾਂ ਨਰਮ ਚੀਜ਼ ਦੇਖ ਕੇ ਉੱਥੇ ਡੰਗ ਮਾਰ ਦਿੰਦਾ ਹੈ, ਜਾਂਚ ਕਰਦਾ ਹੈ। ਇੱਥੇ ਵੀ ਬੱਚਿਆਂ ਨੂੰ ਬਹੁਤ ਐਕਸਪਰਟ ਬਣਨਾ ਚਾਹੀਦਾ ਹੈ। ਅਵਿਨਾਸ਼ੀ ਧਨ ਕਿੱਥੇ ਵਿਅਰਥ ਕਿਸੇ ਨੂੰ ਨਹੀਂ ਦੇਣਾ ਹੈ, ਪਾਤਰ ਦੇਖ ਕੇ ਦਾਨ ਕਰਨਾ ਹੈ। ਜੇਕਰ ਕਿਸੇ ਨੂੰ ਦਾਨ ਦਿੱਤਾ ਅਤੇ ਉਸਨੇ ਵਿਕਰਮ ਕਰ ਲਿਆ ਤਾਂ ਉਸ ਦਾ ਪਾਪ ਉਸ ਦਾਨ ਦੇਣੇ ਵਾਲੇ ਦੇ ਉੱਪਰ ਵੀ ਪਾਪ ਆ ਜਾਏਗਾ। ਇੱਥੇ ਬੜੀ ਖਬਰਦਾਰੀ ਚਾਹੀਦੀ ਹੈ। ਪੈਸਾ ਤੇ ਬੜੀ ਸੰਭਾਲ ਨਾਲ ਦੇਣਾ ਹੈ, ਪੁੱਛ ਕੇ। ਇੱਥੇ ਤੇ ਜੋ ਵੀ ਬਣਾ ਰਹੇ ਹੈ ਇਹ ਸਭ ਜਲਦੀ ਹੀ ਟੁੱਟ ਫੁੱਟ ਜਾਣਗੇ। ਇਹ ਮਕਾਨ ਵੀ ਬੱਚਿਆਂ ਦੇ ਰਹਿਣ ਦੇ ਲਈ ਬਣੇ ਹੈ, ਇਹ ਤਾਂ ਜਾਣਦੇ ਹੈ ਸਭ ਟੁੱਟਣੇ ਹੈ। ਅਰਥ ਕਵੇਕ ਹੋਵੇਗੀ ਤਾਂ ਮੰਦਿਰ ਆਦਿ ਸਭ ਟੁੱਟਣਗੇ। ਸਾਰੀ ਰਾਜਧਾਨੀ ਵਿੱਚ ਇਹ ਸਭ ਕੁਝ ਹੋਵੇਗਾ ਨਹੀਂ, ਨਾ ਅਮਰੀਕਾ ਰਸ਼ੀਆ ਆਦਿ ਹੋਵੇਗੀ, ਸਿਰਫ ਭਾਰਤ ਖੰਡ ਰਹਿਣਾ ਹੈ। ਇਹ ਤਾਂ ਤੁਸੀਂ ਜਾਣਦੇ ਹੋ। ਬਾਕੀ ਦੁਨੀਆ ਤੇ ਘੋਰ ਹਨੇਰਾ ਵਿੱਚ ਹੈ। ਬਾਵਾ ਤਾਂ ਇਹ ਕਿੰਨਾ ਵੱਡਾ ਸਕੂਲ ਹੈ, ਇਸ ਵਿੱਚ ਟੀਚਰਸ ਵੀ ਨੰਬਰਵਾਰ ਹੈ। ਸਭ ਇੱਕ ਜਿਹੇ ਤੇ ਹੁੰਦੇ ਨਹੀਂ। ਇਸ ਵਿੱਚ ਤੁਸੀਂ ਦੇਖੋਗੇ ਕਿ ਸਭ ਤੋਂ ਵੱਡਾ ਟੀਚਰ ਸ਼ਿਵ ਬਾਬਾ ਹੈ। ਫਿਰ ਹੈ ਇਹ ਬ੍ਰਹਮਾ ਪੁੱਤਰਾ ਨਦੀ, ਕਹਿੰਦੇ ਵੀ ਹੈ ਤਮੇ ਮਾਤਾ ਚ ਪਿਤਾ ਤਮੇਵ, ਤਾਂ ਇਹ ਮਾਤਾ ਠਹਿਰੀ ਨਾ। ਫਿਰ ਸਰਸਵਤੀ ਦਾ ਵੀ ਨਾਮ ਹੈ। ਬ੍ਰਹਮਾ ਦੀ ਰਾਸ਼ੀ ਤੇ ਬ੍ਰਹਮਾ ਪੁੱਤਰਾ ਨਾਮ ਠੀਕ ਹੈ। ਦਿਖਾਉਂਦੇ ਵੀ ਹੈ ਸਾਗਰ ਅਤੇ ਬ੍ਰਹਮਪੁੱਤਰਾ ਨਦੀ ਦਾ ਮੇਲਾ ਹੁੰਦਾ ਹੈ। ਇੱਥੇ ਫਿਰ ਆਤਮਾ ਅਤੇ ਪਰਮਾਤਮਾ ਦਾ ਇਹ ਮੇਲਾ ਹੈ। ਇਸ ਦਾ ਹੀ ਯਾਦਗਾਰ ਭਗਤੀ ਮਾਰਗ ਵਿੱਚ ਗਾਇਆ ਜਾਂਦਾ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਮੋਸਟ ਬਿਲਵਡ ਬਾਪ ਦਾ ਬਣਨ ਤੇ ਪਹਿਲੇ ਪੂਰਾ ਨਸ਼ਟੋ ਮੋਹਾ ਬਣਨਾ ਹੈ। ਜਦੋਂ ਅਵਸਥਾ ਪੱਕੀ ਹੋ ਜਾਏ ਤਾਂ ਸੇਵਾ ਵਿੱਚ ਲੱਗਣਾ ਹੈ। ਨੰਬਰ 2 ਇਸ ਦੁਨੀਆ ਤੋਂ ਦਿਲ ਦਾ ਵੈਰਾਗ ਰੱਖ ਪਵਿੱਤਰ ਬਣਨ ਵਿੱਚ ਬਹਾਦਰ ਬਣਨਾ ਹੈ। ਦਾਨ ਬਹੁਤ ਖਬਰਦਾਰੀ ਨਾਲ ਪਾਤਰ ਦੇਖ ਕੇ ਕਰਨਾ ਹੈ। ਵਰਦਾਨ ਹੈ ਅੱਜ ਦਾ, ਪਰਿਸਥਿਤੀਆਂ ਦੀ ਸਾਈਡ ਸੀਨ ਸਮਝ ਕੇ ਅੱਗੇ ਵਧਣ ਵਾਲੇ ਮਾਸਟਰ ਸਰਵ ਸ਼ਕਤੀਮਾਨ ਭਵ। ਪਰਿਸਥਿਤੀਆਂ ਦੀ ਸਾਈਡ ਸੀਨ ਸਮਝ ਕੇ ਅੱਗੇ ਵਧਣ ਵਾਲੇ ਮਾਸਟਰ ਸਰਵ ਸ਼ਕਤੀਮਾਨ ਭਵ। ਅੱਜ ਬਾਬਾ ਆਖਦੇ ਨੇ ਸਦਾ ਆਪਣੇ ਮਾਸਟਰ ਸਰਵ ਸ਼ਕਤੀਮਾਨ ਸਵਰੂਪ ਦੀ ਸਮ੍ਰਿਤੀ ਵਿੱਚ ਰਹੋ ਤਾਂ ਹਰ ਪਰਿਸਥਿਤੀ ਇਵੇਂ ਅਨੁਭਵ ਹੋਵੇਗੀ ਜਿਵੇਂ ਇੱਕ ਸਾਈਡ ਸੀਨ ਹੈ। ਪਰਿਸਥਿਤੀ ਸਮਝਣ ਨਾਲ ਘਬਰਾ ਜਾਂਦੇ, ਪਰ ਸਾਈਡ ਸੀਨ ਮਤਲਬ ਰਸਤੇ ਦੇ ਨਜ਼ਾਰੇ ਸਮਝਣਗੇ ਤਾਂ ਸਹਿਜ ਪਾਰ ਕਰ ਲੈਣਗੇ। ਕਿਉਂਕਿ ਨਜ਼ਾਰਿਆਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ, ਘਬਰਾਉਂਦੇ ਨਹੀਂ। ਵਿਗਨ ਨਹੀਂ ਹੈ ਪਰ ਅੱਗੇ ਵਧਣ ਦਾ ਸਾਧਨ ਹੈ। ਪ੍ਰੀਖਿਆ ਨਾਲ ਕਲਾਸ ਅੱਗੇ ਵੱਧਦਾ ਹੈ, ਇਸ ਲਈ ਕਦੀ ਕਿਸੇ ਗੱਲ ਵਿੱਚ ਰੁਕੋ ਨਹੀਂ। ਸਦਾ ਮਾਸਟਰ ਸਰਵ ਸ਼ਕਤੀਮਾਨ ਹਾਂ। ਇਸ ਸਮ੍ਰਿਤੀ ਨਾਲ ਉੜਦੀ ਕਲਾ ਦਾ ਅਨੁਭਵ ਕਰਦੇ ਰਹੋ। ਸਲੋਗਨ ਅੱਜ ਦਾ, ਅਜਿਹੇ ਸਹਿਯੋਗੀ ਬਣੋ ਜੋ ਤੁਹਾਡੇ ਦੇਖਣ ਨਾਲ ਹੀ ਦੂਸਰੇ ਦਾ ਯੋਗ ਲੱਗ ਜਾਏ। ਅਜਿਹੇ ਸਹਿਯੋਗੀ ਬਣੋ ਜੋ ਤੁਹਾਡੇ ਦੇਖਣ ਨਾਲ